ਮਨਪ੍ਰੀਤ ਟਾਕਸ ਦੇਖਣ ਵਾਲੇ ਮੇਰੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਮੈਂ ਤੁਹਾਡੀ ਮੁਲਾਕਾਤ ਇੱਕ ਅਜਿਹੀ ਔਰਤ, ਇੱਕ ਅਜਿਹੀ ਸ਼ਖਸੀਅਤ ਦੇ ਨਾਲ ਕਰਵਾਉਣ ਜਾ ਰਹੀ ਹਾਂ ਜਿਨ੍ਹਾਂ ਨੇ ਜਰਨਲਿਜ਼ਮ ਦੇ ਖੇਤਰ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ, ਜਿਨ੍ਹਾਂ ਨੇ 2019 ਤੋਂ ਲੈ ਕੇ ਹੁਣ ਤੱਕ ਆਪਣੀਆਂ ਸੇਵਾਵਾਂ ਇੰਡੀਅਨ ਐਕਸਪ੍ਰੈਸ ਅਖਬਾਰ ਵਿੱਚ ਬਤੌਰ ਰੈਜ਼ੀਡੈਂਟ ਐਡੀਟਰ ਦੇ ਤੌਰ ਤੇ ਦਿੱਤੀਆਂ ਹਨ ਤੇ ਇਸ ਤੋਂ ਪਹਿਲਾਂ ਵੀ ਉਹਨਾਂ ਦਾ ਬਹੁਤ ਸਾਰਾ ਤਜਰਬਾ ਜਰਨਲਿਜ਼ਮ ਵਿੱਚ ਰਿਹਾ। ਇਹ ਪਹਿਲੀ ਪੰਜਾਬੀ ਔਰਤ ਹਨ ਜੋ ਕਿ ਇਸ ਅਖਬਾਰ ਦੇ ਐਡੀਟਰ ਬਣੇ। ਜੀ ਹਾਂ, ਮੈਂ ਗੱਲ ਕਰ ਰਹੀ ਹਾਂ ਮਨਰਾਜ ਗਰੇਵਾਲ ਸ਼ਰਮਾ ਜੀ ਦੀ। ਮੈਂ ਤੁਹਾਡਾ ਸਵਾਗਤ ਕਰਦੀ ਹਾਂ ਮਨਪ੍ਰੀਤ ਟਾਕਸ ਵਿੱਚ। ਜੇ ਮੈਂ ਤੁਹਾਡੇ ਬਾਰੇ ਗੱਲ ਕਰਾਂ, ਤੁਸੀਂ 3rd ਕਲਾਸ ਵਿੱਚ ਤੀਸਰੀ ਜਮਾਤ ਵਿੱਚ ਪੜ੍ਹਦੇ ਸੀ ਜਦੋਂ ਤੋਂ ਤੁਸੀਂ ਆਪਣੇ ਮਨ ਵਿੱਚ ਇੱਕ ਸੁਪਨਾ ਸੰਜੋਇਆ ਕਿ ਤੁਸੀਂ ਐਡੀਟਰ ਬਣਨਾ ਚਾਹੁੰਦੇ ਹੋ, ਉਹ ਵੀ ਇੰਡੀਅਨ ਐਕਸਪ੍ਰੈਸ ਦੇ। ਜੇ ਮੈਂ ਥੋੜਾ ਜਿਹਾ ਪਿੱਛੇ ਚੱਲਾਂ ਤਾਂ ਮੈਨੂੰ ਲੱਗਦਾ ਇੱਕ ਟਰਮ ਹੁੰਦੀ ਹੈ ਮੈਨੀਫੈਸਟੇਸ਼ਨ। ਉਦੋਂ ਕਿਸੇ ਨੂੰ ਇਸ ਸ਼ਬਦ ਬਾਰੇ ਪਤਾ ਵੀ ਨਹੀਂ ਸੀ, ਆਪਾਂ ਨੂੰ ਸ਼ਾਇਦ ਖੁਦ ਨੂੰ ਵੀ ਨਹੀਂ ਪਤਾ ਸੀ। ਤੀਸਰੀ ਕਲਾਸ ਦਾ ਇੱਕ ਛੋਟੀ ਜਿਹੀ ਬੱਚੀ ਜਿਹੜੀ ਇਹ ਸੁਪਨਾ ਦੇਖਦੀ ਹੈ ਤੇ ਉਹ ਸੁਪਨਾ ਪੂਰਾ ਹੁੰਦਾ ਹੈ, ਉੱਥੋਂ ਤੋਂ ਲੈ ਕੇ ਉੱਥੋਂ ਤੱਕ ਦਾ ਜਿਹੜਾ ਇਹ ਤੁਹਾਡਾ ਸਫ਼ਰ ਹੈ, ਇਹ ਕਿਸ ਤਰ੍ਹਾਂ ਦਾ ਰਿਹਾ? Actually, my father was an army officer. ਅੱਛਾ ਜੀ। So he was in the infantry. तो ਅਸੀਂ ਹਰ 2 ਸਾਲ ਇੱਕ ਨਈ ਜਗ੍ਹਾ ਵਿੱਚ ਪੋਸਟਡ ਹੁੰਦੇ ਸੀਗੇ ਤੇ ਉਹਨਾਂ ਦਿਨਾਂ ਵਿੱਚ ਇੰਡੀਅਨ ਐਕਸਪ੍ਰੈਸ ਵਾਸ I think one of the only papers ਜਿਹਦੇ ਮਲਟੀਪਲ ਐਡੀਸ਼ਨਸ ਹੁੰਦੀਆਂ ਸੀਗੀਆਂ ਤੇ ਹਰ ਜਗ੍ਹਾ ਸਾਨੂੰ ਇੰਡੀਅਨ ਐਕਸਪ੍ਰੈਸ ਮਿਲ ਜਾਂਦਾ ਸੀਗਾ। And it was something that, you know, you lost your best friends because ਹਰ 2 ਸਾਲ ਤੁਸੀਂ ਨਏ ਸਕੂਲ ਵਿੱਚ ਜਾ ਰਹੇ ਹੋ, but ਇੰਡੀਅਨ ਐਕਸਪ੍ਰੈਸ ਤੁਹਾਡੇ ਨਾਲ ਹਮੇਸ਼ਾ ਰਹਿੰਦਾ ਸੀਗਾ। ਐਂਡ ਉਹਦੇ ਵਿੱਚ ਕਾਰਟੂਨਸ ਆਉਂਦੇ ਸੀਗੇ, ਫੈਂਟਮ ਦੇ, ਗਾਰਫੀਲਡ। ਸੋ my father's day began with the paper, and I would take the paper from him and look at the cartoons, look at the headlines ਜਿੰਨਾ ਕੁ ਮੈਨੂੰ ਸਮਝ ਆਉਂਦੀ ਸੀਗੀ। So that is when I developed a passion for this paper. So ਔਰ ਉਹਨਾਂ ਦਿਨਾਂ ਵਿੱਚ ਸਕੂਲ ਵਿੱਚ ਬੱਚਿਆਂ ਨੂੰ ਪੁੱਛਿਆ ਜਾਂਦਾ ਸੀਗਾ ਤੁਸੀਂ ਕੀ ਬਣੋਗੇ, ਤੇ ਹਰ ਬੱਚਾ ਕਹਿੰਦਾ ਸੀਗਾ ਡਾਕਟਰ, ਇੰਜੀਨੀਅਰ, ਪੁਲਿਸ ਆਫਿਸਰ। ਸੋ ਮੈਨੂੰ ਬੜਾ ਅੱਛਾ ਲੱਗਦਾ ਸੀਗਾ ਕਿ ਮੈਂ ਇਕੱਲੀ ਹੁੰਦੀ ਸੀਗੀ ਐਡੀਟਰ ਦ ਇੰਡੀਅਨ ਐਕਸਪ੍ਰੈਸ, ਕਿਉਂਕਿ ਹੋਰ ਕੋਈ ਬੱਚੇ ਨਹੀਂ ਕਹਿੰਦੇ ਸੀਗੇ। ਸੋ ਐਜ਼ ਆਈ ਗ੍ਰਿਊ ਫਿਰ ਮੈਨੂੰ ਪਤਾ ਚੱਲਿਆ ਕਿ ਦੇयर ਸਮਥਿੰਗ ਕਾਲਡ, ਪਹਿਲਾਂ ਉਹਨਾਂ ਦਿਨਾਂ ਵਿੱਚ ਮਾਸ ਕਾਮ ਵੀ ਇੰਨਾ ਪਪੂਲਰ ਨਹੀਂ ਸੀਗਾ। ਇਨ ਫੈਕਟ ਆਈ ਥਿੰਕ ਵੈਨ ਆਈ ਵਾਜ਼ ਇਨ ਸਕੂਲ ਦੇयर ਵਾਜ਼ ਨੋ ਕੋਰਸ such as mass communication. You had masters in English etc. तो फिर मैं masters in English की थी पहला, and then I MA English, and then I realized that we had this course called BMC, Bachelors in Mass Communication, वो भी पंजाब यूनिवर्सिटी विच, and it had an entrance test. So मैं वैसा ही दे देता, no तैयारी वगैरह, nothing. And somehow they used to take, in those days they used to take 15 students, I think 15 I think 15 ही, बड़ी छोटी जी class, 15 या 20, something like that. So I got through the test, I got through the interview, and I did that course, and as luck would have it, I topped the course. I was a gold medalist there. And फिर ਉਹਦੇ ਤੋਂ ਬਾਅਦ ਜਦੋਂ ਜੌਬ ਦੀ ਬਾਰੀ ਆਈ ਤੇ ਇੰਡੀਅਨ ਐਕਸਪ੍ਰੈਸ ਨੇ ਬੋਲਿਆ ਕਿ ਸਾਨੂੰ ਜਰਨਲਿਸਟ ਚਾਹੀਦੇ ਹਨ ਜੋ 25 ਸਾਲ ਤੋਂ ਕਮ ਹੋਣ, ਕਿਉਂਕਿ ਵੀ ਆਰ ਲਾਂਚਿੰਗ ਸਮਥਿੰਗ ਨਿਊ ਐਂਡ ਵੀ ਵਾਂਟ ਪੀਪਲ ਹੂ ਆਰ ਵੈਰੀ ਫਰੈਸ਼ ਆਊਟ ਆਫ ਦ ਕਾਲਜ, ਜਿਨ੍ਹਾਂ ਦੀ ਕੋਈ ਪ੍ਰੀ ਕਨਸੀਵਡ ਵਿਊਜ਼ ਨਾ ਹੋਣ। तो उन्होंने भी टेस्ट लिता। आई रिमेंबर इत्थे जेड़ा सेक्टर 16 विच, not sector 6, opposite the government college for girls, there's this big bhavan, उत्थे सभी exhibitions और exams ਹੁੰਦੇ ਸੀਗੇ। so ਉੱਥੇ exam ਦਿੱਤਾ and ਉਹਦੇ ਵਿੱਚ ਵੀ I cleared it. So and they had to take only 5 people. I was one of those 5. And then somebody from the Express called up my home because there were no cell phones or landline sigi. My grandmother picked up the phone and she said कि किधर दा काम है, पता नहीं, out of the blue. So she said कोई you know hours ते वो साडे आरी दे पिए सिगे, वो कहंदे जी उन्हां दा गल करन दा तरीका हुंदा से रात का काम है जी। My nanny said my foot रात दा काम ते बिल्कुल नहीं में। So she didn't tell me कि इस तरह दा। So she said she is not interested. But luckily साडे एडिटर कहंदे दोबारा फोन करो, I mean टेस्ट भी दिता है, इंटरव्यू दिती है, और तो बाद क्लियर कर रही है। नाउ somebody from her house is saying कि she is not interested, उन्होंने ज्वाइन नहीं करना। So I picked up the phone and they said we called you earlier also, but somebody said you're not interested, so we just wanted to double check. I said, oh God, how? Who said I'm not interested?
So that's how I joined the Indian Express. ਮੈਮ ਮੈਂ ਤੁਹਾਡਾ ਦੇਖ ਰਹੀ ਸੀ ਤੁਸੀਂ ਏਸ਼ੀਅਨ ਡਿਵੈਲਪਮੈਂਟ ਬੈਂਕ ਮਨੀਲਾ ਵਿੱਚ ਵੀ ਜੌਬ ਕੀਤੀ ਹੈ ਹਾਂਜੀ। ਸੋ ਇਹ ਜੌਬ ਤੁਹਾਡੀ ਇੰਡੀਅਨ ਐਕਸਪ੍ਰੈਸ ਤੋਂ ਪਹਿਲਾਂ ਸੀ ਕਿ ਮਤਲਬ ਹਾਊ ਡਿਡ ਦੈਟ ਜੌਬ ਕੇਮ? Oh, that job happened because my husband was posted to Manila. Okay. He was heading a company there. Okay. So I left Indian Express and I went there. Okay. And oh, बड़ा ही मेरे लिए strange transition सीगा because ਅਸੀਂ ਟੋਟਲੀ ਦੇਖੋ ਡਿਫਰੈਂਟ ਕੰਟਰੀ, ਬਿਲਕੁਲ ਅਲੱਗ ਪਹਿਰਾਵਾ, ਅਲੱਗ ਲੈਂਗੁਏਜ, ਅਲੱਗ ਹੋ ਤੇ ਚੈਲੰਜਿੰਗ ਵੀ ਬਹੁਤ ਹੋਊਗਾ ਮੈਮ। challenging ਇਸ ਤਰ੍ਹਾਂ ਸੀਗਾ ਕਿ I had no work. So I was used to working, Yes. you know, college ਤੋਂ ਬਾਅਦ ਤੁਸੀਂ ਕੰਮ ਕਰਨਾ ਸ਼ੁਰੂ ਕਰ ਦਿੰਦੇ ਹੋ। And Indian Express, I was on the desk and we used to have a morning meeting 10 ਵਜੇ। ਉਹਦੇ ਤੋਂ ਬਾਅਦ ਤੁਸੀਂ ਜਾਂਦੇ ਸੀਗੇ ਆਫਿਸ ਅਰਾਊਂਡ 2, 3, 4 ਐਂਡ ਤੁਸੀਂ ਆਂਦੇ 12 ਵਜ ਜਾਂਦੇ ਸੀ, 2 ਵਜ ਜਾਂਦੇ ਸੀਗੇ। ਸੋ ਯੋਰ ਹੋਲ ਲਾਈਫ ਰਿਵੋਲਵ ਅਰਾਊਂਡ ਦ ਪੇਪਰ ਐਂਡ ਸਡਨਲੀ ਆਈ ਹੈਡ ਨਥਿੰਗ ਟੂ ਡੂ। ਸੋ ਦੈਟ ਵਾਜ਼ ਅ ਬਿਗ ਚੈਲੰਜ ਬਟ ਲਕੀਲੀ ਆਈ ਮੈਟ ਦਿਸ ਲੇਡੀ ਹੂ ਸੈਡ ਕਿ ਅਸੀਂ ਮੈਂ ਉਹਨਾਂ ਦੇ ਪੇਪਰਸ ਦੇਖਣੇ ਸ਼ੁਰੂ ਕੀਤੇ ਬਿਕਾਜ਼ ਆਈ ਵਾਜ਼ ਵੈਰੀ ਇੰਟਰਸਟਿਡ ਕਿ ਮੇਬੀ ਆਈ ਵਿਲ ਜੁਆਇਨ ਅ ਨਿਊਜ਼ਪੇਪਰ ਹੀਅਰ। ਸੋ ਬਿਫੋਰ ਆਈ ਕੁਡ pursue that line, this lady told me, she was an American and she was heading this wing, they call it External Affairs Department. Now External Affairs is nothing but publication. They call it External Affairs because that is how they tell the world about the work Asian Development Bank does. Bilkul. Which is why. So ਉਹਨਾਂ ਨੂੰ they said ਕਿ ਸਾਨੂੰ ਚਾਹੀਦਾ ਹੈ we need a person, we need a consultant. And it was an international publishing consultant because ਅਸੀਂ ਜੋ annual report ਬਣਾਉਣੀ ਹੈ ਉਹਦੇ ਲਈ ਸਾਨੂੰ ਕੋਈ ਬੰਦਾ ਚਾਹੀਦਾ ਹੈ। Okay. So I applied and I still remember interview ਦੇ ਦੌਰਾਨ there was this Indian person who said ਅੱਛਾ I'm a big fan of Indian Express ਕਿਉਂਕਿ ਜਦੋਂ ਮੈਂ ਦਿੱਲੀ posted ਸੀਗਾ ਮੈਂ ਰੋਜ਼ ਪੜ੍ਹਦਾ ਸੀਗਾ। Well, Indian Express helped me there as well. So that is how I started. So ਮੈਨੂੰ ਲੱਗਦਾ ਜਿਵੇਂ ਤੁਸੀਂ ਗੱਲ ਕਰ ਰਹੇ ਹੋ your aura, you're so happy and you're so into it. So if me ਜਿਵੇਂ ਕਹਿੰਦੇ ਹੁੰਦੇ ਆ ਕਿ Indian Express is in your blood. Yeah. My husband tells me कि you know the minute when we came back, he said I'm seeing a new you because you're you now. Yes. ਮੈਮ ਤੁਸੀਂ ਬੁੱਕ ਵੀ ਲਿਖੀ ਸੀ ਮਿਲਟਰੀ ਡ੍ਰੀਮਸ ਆਫਟਰ ਡਾਰਕਨੈਸ। ਉਹ ਬੁੱਕ ਬਾਰੇ ਸਾਨੂੰ ਪਲੀਜ਼ ਸਾਡੇ ਦਰਸ਼ਕਾਂ ਨੂੰ ਤੁਸੀਂ ਥੋੜਾ ਜਿਹਾ ਦੱਸੋ। ਵਾਸ ਮਤਲਬ ਕੀ ਉਹਦਾ ਕਨਸੈਪਟ ਸੀ ਐਂਡ ਹਾਊ ਦੈਟ ਕੇਮ ਇਨ ਯੋਰ ਮਾਈਂਡ? That also was to do with my paper. So after 25 years after militancy was officially declared over, I think 1992 which or 1993 which Punjab police declared that militancy is over. And so ਜਦੋਂ 25 years ho gaye, our paper decided that we will take out a special center spread for the Sunday section, revisiting the family, either the militants or the families of the militants. So there were 10 people, I think 10 or 5. So we, for an instance, we went to the family of Jarnail Singh Bhindranwale, his son. Then we went to Zafarwal. ਯਾਨੀ ਤੁਸੀਂ ਉਹਨਾਂ ਨੂੰ ਲੱਭਿਆ, ਸਿਲੈਕਟ ਕੀਤਾ ਜਿਹੜੇ ਮਿਲਟਰੀ ਤਾਂ ਕਿ ਤੁਸੀਂ ਉਹ ਕੰਪਲੀਟ ਕਰ ਲਓ। ਐਗਜ਼ੈਕਟਲੀ ਕਿ ਉਹਨਾਂ ਦੀ ਜ਼ਿੰਦਗੀ ਹੁਣ ਕਿੱਦਾਂ ਹੈ। ਦੈਨ ਕੁਕੀ ਗਿੱਲ ਸੀਗੇ, he spent a long time in prison. Zafarwal was away for a long time, he came back. So we went to there was another person who was accused of killing Sant ਜਿਨ੍ਹਾਂ ਨੇ ਉਹ ਅਕॉर्ड ਕੀਤਾ ਸੀਗਾ। ਪਿੰਡਰਾਵਾਲਾ ਜੀ ਨਹੀਂ, ਪਿੰਡਰਾਵਾਲੇ ਨਹੀਂ, ਜਿਨ੍ਹਾਂ ਨੇ ਉਹ ਅਕॉर्ड ਕੀਤਾ ਸੀ ਵਿਦ ਰਾਜੀਵ ਗਾਂਧੀ। ਓਕੇ। ਸੋ ਉਹਨਾਂ ਨੂੰ one person was involved in his assassination. So we went to his place. Then Gurbachan Singh Manu Chahal had declared Khalistan at Akal Takht. ਉਹਨਾਂ ਦੀ ਫੈਮਿਲੀ ਨੂੰ ਤੁਹਾਡਾ ਪ੍ਰੋਜੈਕਟ ਸੀ ਸਾਰਾ ਤੁਸੀਂ ਰਿਸਰਚ ਕੀਤੀ? ਹਾਂਜੀ, ਰਿਸਰਚ ਕੀਤੀ, ਉਹਨਾਂ ਲੋਕਾਂ ਨੂੰ ਤੁਸੀਂ ਲੱਭਿਆ, ਉਹਨਾਂ ਤੱਕ ਅਪਰੋਚ ਕੀਤੀ ਤੇ ਉਸ ਨੂੰ ਸਾਰੇ ਨੂੰ ਤੁਸੀਂ ਇੱਕ ਕਿਤਾਬ ਦੇ ਫਾਰਮ ਵਿੱਚ ਲਿਖਿਆ। ਮੈਂ ਪਹਿਲਾਂ ਇਹ ਛੋਟੀ ਸਟੋਰੀਜ਼ ਲਿਖੀਆਂ ਇੰਡੀਅਨ ਐਕਸਪ੍ਰੈਸ ਲਈ ਤੇ ਉਹਦੇ ਤੋਂ ਬਾਅਦ ਰੂਪਾ ਐਂਡ ਕੋ ਪਬਲਿਕੇਸ਼ਨਸ ਉਹ ਹੈ, ਉਹਨਾਂ ਦੇ ਜਿਹੜੇ ਪਬਲਿਸ਼ਿੰਗ ਹਾਊਸ ਦੇ ਓਨਰ ਸੀਗੇ, ਉਹਨਾਂ ਨੇ ਮਾਰਕ ਟਲੀ ਦੀ ਬੁੱਕ ਪਬਲਿਸ਼ ਕੀਤੀ ਸੀਗੀ ਆਪਰੇਸ਼ਨ ਬਲੂ ਸਟਾਰ ਤੇ। ਸੋ ਹੀ ਵਾਸ ਵੈਰੀ ਇੰਟਰਸਟਿਡ ਇਨ ਕਿ 25 ਸਾਲ ਦੇ ਬਾਅਦ what is the situation now, how things have changed. So which is why the title
dreams after darkness. Huh? So that's how. Then I had to go back to these people and talk to them for much longer because this was of course a proper book. मैम मैं ਜਿਵੇਂ ਜਿੰਨਾ ਮੈਂ ਸਮਝ ਪਾ ਰਹੀ ਹਾਂ ਤੁਹਾਡੇ ਸਫ਼ਰ ਨੂੰ ਹੈ ਨਾ ਬੀਇੰਗ ਅ ਵੂਮਨ ਇੱਕ ਔਰਤ ਹੋਣ ਦੇ ਨਾਤੇ ਕਿੰਨੇ ਕੁ ਚੈਲੰਜਸ ਤੁਹਾਨੂੰ ਫੇਸ ਕਰਨੇ ਪਏ ਕਿਉਂਕਿ ਦੇਖੋ ਅੱਤਵਾਦ ਉੱਪਰ ਕਿਸੇ ਚੀਜ਼ ਉੱਪਰ ਚਾਹੇ ਮਿਲਟਰੀ ਗੱਲ ਕਰੀਏ ਚਾਹੇ ਆਪਾਂ ਟੈਰਰਿਜ਼ਮ ਦੀ ਵੀ ਗੱਲ ਕਰੀਏ ਕਿਸੇ ਚੀਜ਼ ਨੂੰ ਕਿਸੇ ਵੀ ਔਰਤ ਨੇ ਜਦੋਂ ਕਵਰ ਕਰਨਾ ਇਟਸ ਵੈਰੀ ਡਿਫਿਕਲਟ ਐਂਡ ਬੈਕ ਇਨ ਦੋਜ਼ ਡੇਜ਼ ਜਦੋਂ ਤੁਸੀਂ ਇੰਡੀਅਨ ਐਕਸਪ੍ਰੈਸ ਨਾਲ ਜੁੜੇ ਹੋਏ ਤੁਹਾਡਾ ਇੰਨਾ ਲੰਬਾ ਟੈਨਿਓਰ ਵੀ ਹੋ ਗਿਆ ਚੈਲੰਜਸ ਕਿੰਨੇ ਕੁ ਆਏ ਤੁਹਾਡੀ ਲਾਈਫ ਵਿੱਚ I think I was very lucky. ਮੇਰੇ ਜਿਹੜੇ seniors ਸੀਗੀ the ladies who first joined the Indian Express they did a lot for us because I remember first ਸਾਨੂੰ ਕੋਈ ਵੀ ਇੱਕ lady ਨੂੰ chief sub ਵੀ ਨਹੀਂ ਬਣਾਉਂਦੇ ਸੀਗੇ because they used to say ਕਿ ਤੁਸੀਂ night shift ਨਹੀਂ ਕਰ ਸਕਦੇ ਤੇ ਤੁਹਾਨੂੰ that was ਉਹ mindset ਸੀ ਹਾਂ ਕਿ no matter how bright you are ਤੁਹਾਨੂੰ ਅਸੀਂ ਤੁਹਾਨੂੰ ਇੱਕ glass ceiling ਤੁਹਾਡੇ ਲਈ ਹੈ ਕਿ ਤੁਹਾਡੀ promotion ਇਸ ਤੋਂ ਉੱਪਰ हो ही नहीं सकती. So one of our colleagues, she said, कि how Mukta magazine. She said, how is it? I'm more when it comes to I'm more efficient. I'm brighter. I can do everything. मैं पूरी edition कर सकती हाँ. So how can you say कि just because तेरी night shift नहीं करा सकते? हाँ बिल्कुल. तद और change आया. असी किता फिर I think Tribune ने भी किता. So that's how women started holding the night shifts etc. And then when it came to field reporting, even then, I think we had people like Shammi, she's now with some other, Baveja, Shammi Baveja. She was with India Today, but she used to report from this region. Okay. So similarly, Sade paper which Nirupma Dutt used to be there. So these were very fearless women who had already gone out. ਨਹੀਂ ਮੇਰੇ ਸਾਹਮਣੇ ਵੀ ਕਹੇ ਜਿਹੇ ਔਰਤ ਬੈਠੇ ਆ ਜਿਹੜੇ ਕਿ ਫਰਸਟ ਪੰਜਾਬੀ ਦੇ ਰੈਜ਼ੀਡੈਂਟ ਐਡੀਟਰ ਨੇ ਤਾਂ ਇਹ ਵੀ ਇੱਕ ਟਾਈਪ ਦਾ ਮੈਮ ਜਿਵੇਂ ਕਹਿੰਦੇ ਗਲਾਸ ਸੀਲਿੰਗ ਨੂੰ ਬ੍ਰੇਕ ਕਰਨਾ ਇਟਸ ਵੈਰੀ ਮੈਮ ਇੱਕ ਆਮ ਕਰਕੇ ਨਾ ਇੱਕ ਧਾਰਨਾ ਹੁੰਦੀ ਹੈ ਕਿ ਇੱਕ ਲੇਡੀ ਹੁੰਦੀ ਹੈ ਦੈਟ ਸ਼ੀ ਹੈਜ਼ ਟੂ ਬੈਲੈਂਸ ਹਰ ਹਾਊਸ ਆਲਸੋ ਆਪਣਾ ਪਰਿਵਾਰ ਵੀ ਬੈਲੈਂਸ ਕਰਨਾ ਪੈਂਦਾ ਤੇ ਇਹ ਜਿਹੜੀ ਨੌਕਰੀ ਹੈ ਇਟ ਇਜ਼ ਵੈਰੀ ਟਫ ਬਿਕੋਜ਼ ਸਮਟਾਈਮਸ ਆਪਾਂ ਦੇਖਦੇ ਹਾਂ ਕਿ ਤੁਹਾਨੂੰ ਰਾਤ ਨੂੰ ਵੀ ਕਾਲ ਆ ਜਾਂਦੀ ਹੈ ਇਹ ਨਿਊਜ਼ ਹੈ ਬ੍ਰੇਕਿੰਗ ਨਿਊਜ਼ ਹੈ ਜਲਦੀ ਕਰੋ ਸੋ ਉਹ ਜਿਹੜਾ ਬੈਲੈਂਸ ਹੈ ਤੁਸੀਂ ਕਿਸ ਤਰ੍ਹਾਂ ਉਹਨੂੰ ਮੇਨਟੇਨ ਕਰਦੇ ਹੋ I think leading a newspaper or working for a newspaper, for that you have to have a certain mindset because news is 24 hours. So you can't say कि मैं हुन switch off कर दूंगी फिर क्यों होया it's a 24 in fact 25 hours so but if you enjoy news it, yes. then it's not work, then it's something you are naturally attracted to. So और वो बैलेंस से करना पैंदा है बिकॉज ਤੁਸੀਂ ਕੋਈ ਵੀ ਚੀਜ਼ ਪਲਾਨ ਨਹੀਂ ਕਰ ਸਕਦੇ ਤੁਸੀਂ ਕਦੇ ਨਹੀਂ ਕਿਸੇ ਨੂੰ ਕਹਿ ਸਕਦੇ ਭਈ ਮੈਂ ਤੁਹਾਡੇ ਨਾਲ ਬੈਠ ਕੇ 2 ਘੰਟੇ ਜਾਂ ਪੂਰਾ ਦਿਨ ਮੈਂ ਤੁਹਾਡੇ ਲਈ my nephew is very dear to me. We don't have children, so he's my baby. So ਉਹ ਕਹਿੰਦਾ ਜੀ ਮੇਰਾ ਫਰਸਟ ਫੁੱਟਬਾਲ ਮੈਚ ਹੈ ਤੇ ਤੁਸੀਂ ਦੇਖਣਾ ਹੀ ਦੇਖਣਾ ਹੈ so ਮੈਂ ਉਸ ਦਿਨ ਛੁੱਟੀ ਲਿੱਤੀ it is a Sunday normally I take Saturday off and I work on Sundays so I said no I'm taking an off on Sunday so 4 ਵਜੇ ਉਹਦੀ ਬਾਰੀ ਆਈ so his team is going into the field and I get a call Musewala has been shot. So you know I'm watching him and I'm saying acha onu hospital leke gaye ne no he's dead. It is like because you have to run you have to run so I'm calling up Delhi and saying Musewala has been shot dead and we will be there are several stories we'll do and so sitting there I sit down on the grass because there is the match going on there are no chairs and so I'm sitting there and writing a quick obit on him so this is you have to be working everywhere and then after proactive yeah so it is something that comes naturally to you I mean with time no ma'am I can and मैं देखा है मेरी किन्नियां जर्दियां सानू हुन just these days we have very young interns they are still in college but I can see some of them are made to be journalists because ਉਹਨਾਂ ਨੂੰ ਜਿੱਥੇ ਮਰਜ਼ੀ ਭਗਾ ਦੋ ਭੱਜ ਜਾਣਗੀ ਅਗਰ ਬਰਥਡੇ ਹੈ ਮੇਰਾ ਔਰ ਕੁਝ ਹੋ ਰਿਹਾ ਹੈ never mind ma'am ਇਹ ਤਾਂ ਬੜੀ ਇੰਪੋਰਟੈਂਟ ਖਬਰ ਹੈ ਇਹ ਤਾਂ ਮੈਂ ਜ਼ਰੂਰ ਕਰੂੰਗੀ ਉਹੀ ਨਾ ਮੈਮ ਇਹ ਤੁਹਾਡਾ ਜਜ਼ਬਾ ਤੇ ਤੁਹਾਡੀ ਜ਼ੀਲ ਇਸ ਪ੍ਰੋਫੈਸ਼ਨ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਤੁਹਾਡੇ ਦਿਲ ਚੋਂ ਮੈਨੂੰ ਲੱਗਦਾ ਜਿਵੇਂ ਤੁਹਾਡੇ ਦਿਲ ਚੋਂ
3rd ਕਲਾਸ ਵਿੱਚ ਹੀ ਆਵਾਜ਼ ਆ ਗਈ ਸੀ, ਦਿਲ ਚੋਂ ਆਵਾਜ਼ ਆਣੀ ਚਾਹੀਦੀ। ਐਂਡ ਆਈ ਕੈਨ ਸੀ ਯੋਰ ਔਰਾ ਆਲਸੋ, ਇਟਸ ਸੋ ਪੋਜ਼ਿਟਿਵ। ਐਂਡ ਇੰਡੀਅਨ ਐਕਸਪ੍ਰੈਸ ਮੈਂ ਫੇਰ ਕਹਿੰਦੀ ਇਜ਼ ਇਨ ਦਾ ਬਲੱਡ ਆਫ ਮਨਰਾਜ ਗਰੇਵਾਲ ਸ਼ਰਮਾ। Absolutely, ਜਿਵੇਂ ਕਹਿੰਦੇ ਹੁੰਦੇ ਆ ਨਾ ਕਿ ਤੁਹਾਡੇ ਵਿੱਚ ਇੰਡੀਅਨ ਐਕਸਪ੍ਰੈਸ ਚੱਲਦਾ, ਯੂ ਲਿਵ ਈਟ ਵਿਦ ਇੰਡੀਅਨ ਐਕਸਪ੍ਰੈਸ। ਐਂਡ ਮੈਂ ਕਹਿੰਦੀ ਹਾਂ ਕਿ ਇੰਡੀਅਨ ਐਕਸਪ੍ਰੈਸ ਲਈ ਵੀ ਬੜੀ ਮਾਣ ਵਾਲੀ ਗੱਲ ਹੈ ਕਿ ਮਤਲਬ ਇੰਡੀਅਨ ਐਕਸਪ੍ਰੈਸ ਇਜ਼ ਅ ਵੈਰੀ ਗੁੱਡ ਦੇ EMPLOYEES ਨਾਟ ਇਵਨ EMPLOYE ਹੈ ਜਿਹੜੇ ਕਿ ਇੰਨੀ ਡੈਡੀਕੇਸ਼ਨ ਰੱਖਦੇ ਆ ਅਦਾਰੇ ਲਈ। ਕਿਉਂਕਿ ਮੈਮ ਅਦਾਰਾ ਵੀ ਜੇ ਆਪਾਂ ਕੋਈ ਵੀ ਆਰਗੇਨਾਈਜੇਸ਼ਨ ਦੀ ਗੱਲ ਕਰੀਏ, ਇਟਸ ਮੇਡ ਫਰਮ ਪੀਪਲ, ਲੋਕਾਂ ਤੋਂ ਹੀ ਬਣਦਾ ਹੈ। ਤੇ ਜੇ ਲੋਕ ਹੀ ਉਹਦੇ ਲਈ ਇੰਨੀ ਸਿੰਸੀਅਰਲੀ ਡੈਡੀਕੇਟਲੀ ਕੰਮ ਕਰਦੇ, ਮੈਨੂੰ ਤਾਂ ਸ਼ਾਇਦ ਇਸੇ ਕਰਕੇ ਅਖਬਾਰ ਨੇ ਪੂਰੀਆਂ ਸਦੀ ਤੱਕ ਇੱਕ ਪੂਰਾ ਮਤਲਬ ਅੱਜ ਵੀ ਆਪਣੀ ਇੱਕ ਡਿਫਰੈਂਟ ਮੁਕਾਮ ਤੇ ਡਿਫਰੈਂਟ ਪਲੇਸ ਬਣਾਈ ਹੈ। I want to say ਇੱਥੇ ਨਾ touchwood right from the beginning ਹਾਂਜੀ। my bosses were very supportive and ਮੇਰੇ colleagues also so when you come to the office it's not as if कि ਤੁਸੀਂ ਮੂੰਹ ਬਣਾ ਕੇ ਆ ਰਹੇ ਹੋ। This is also very important for someone to work successfully because if your colleagues are your friends, ਤੁਸੀਂ ਆਫਿਸ ਜਾ ਰਹੇ ਹੋ, ਕੰਮ ਕਰ ਰਹੇ ਹੋ, ਜੋਕਸ ਵੀ ਕ੍ਰੈਕ ਕਰ ਰਹੇ ਹੋ, you are having fun at work। ਉਹ ਮੈਂ ਕੱਲ ਪੜ੍ਹ ਵੀ ਰਹੀ ਸੀ ਮੈਮ, ਕਹਿੰਦੇ ਜਿਹੜਾ ਦਫ਼ਤਰ ਹੁੰਦਾ ਉਹ ਤੁਹਾਡੇ ਘਰ ਤੋਂ ਵੀ ਵੱਡਾ ਦੂਜਾ ਘਰ ਹੁੰਦਾ। ਐਬਸੋਲੂਟਲੀ, ਤੁਸੀਂ ਇੰਨਾ ਟਾਈਮ ਸਪੈਂਡ ਕਰਦੇ ਹੋ, ਘੰਟੇ ਜ਼ਿਆਦਾ ਟਾਈਮ ਉੱਥੇ ਸਪੈਂਡ ਕਰਨਾ ਹੁੰਦਾ ਤੇ ਉਹ ਤੁਹਾਡੇ ਲਈ ਇੱਕ ਸੈਕਿੰਡ ਹੋਮ ਦੀ, ਖਾਣਾ ਪੀਣਾ, ਉੱਠਣਾ, ਇੰਟਰੈਕਸ਼ਨ ਕਰਨਾ, ਸੋ ਇਟ ਇਜ਼ ਐਵਰੀਥਿੰਗ ਇਜ਼ ਦੇਅਰ। ਮੈਮ ਜਾਂਦੇ ਜਾਂਦੇ ਮੈਂ ਇੱਕ ਚੀਜ਼ ਜ਼ਰੂਰ ਕਹੂੰਗੀ ਕਿ ਜਿਹੜੇ ਅੱਜ ਕੱਲ੍ਹ ਦੀਆਂ ਨਵੀਂ ਪੀੜ੍ਹੀ ਆ ਰਹੀ ਹੈ ਹੈ ਨਾ, ਉਹ ਬੜੀ ਫਾਸਟ ਹੈ, ਹਰ ਚੀਜ਼ ਬੜੀ ਕੁਇੱਕ ਉਹ ਚੀਜ਼ ਚਾਹੁੰਦੀ ਹੈ ਕਿ ਸਾਨੂੰ ਜਲਦੀ ਅਸੀਂ ਇਹ ਵੀ ਬਣ ਜਾਈਏ, ਉਹ ਵੀ ਬਣ ਜਾਈਏ। ਤੁਸੀਂ ਕੋਈ ਸੁਨੇਹਾ, ਜਿਵੇਂ ਮੈਂ ਦੇਖਿਆ ਕਿ ਤੁਸੀਂ ਸਲੋਲੀ ਯੂ ਗੋਟ ਇਨਟੂ ਦੈਟ, ਹੌਲੀ ਕਰਕੇ ਤੁਸੀਂ ਵਧੇ ਤੇ ਆਪਣਾ ਮੁਕਾਮ ਹਾਸਲ ਕੀਤਾ, ਸੁਪਨੇ ਦੇਖੇ, ਪਰ ਉਹ ਸੁਪਨਿਆਂ ਨੂੰ ਤੁਸੀਂ ਮਿਹਨਤ ਨਾਲ ਪੂਰਾ ਕੀਤਾ। ਕੋਈ ਅਜਿਹਾ ਸੰਦੇਸ਼ ਜੋ ਤੁਸੀਂ ਸਾਡੇ ਜਿਹੜੇ ਬੱਚੇ ਇਸ ਫੀਲਡ ਵਿੱਚ ਆਉਣਾ ਚਾਹੁੰਦੇ ਨੇ, ਤੁਸੀਂ ਉਹਨਾਂ ਨੂੰ ਕੀ ਲਗਾਉਣਾ ਚਾਹੋਗੇ ਆਪਣੇ ਇੰਨੇ ਲੰਬੇ ਤਜਰਬੇ ਵਿੱਚੋਂ? I think it's very important to do something extra and it doesn't take much। मतलब ਤੁਸੀਂ ਅਗਰ ਇੱਕ ਸਟੋਰੀ ਕਰ ਰਹੇ ਹੋ ਤਾਂ go deep into it। ਇਹ ਜਿਹੜੀ ਖਾਣਾ ਪੂਰਤੀ ਨਹੀਂ ਕਰਨੀ ਚਾਹੀਦੀ। ਮਤਲਬ ਅਗਰ ਤੁਸੀਂ ਕੰਮ ਕਰ ਰਹੇ ਹੋ ਤੇ ਦਿਲੋਂ ਕਰੋ, ਵਧੀਆ ਕਰੋ, you will realize ਕਿ ਜ਼ਿਆਦਾ ਟਾਈਮ ਨਹੀਂ ਤੁਹਾਡਾ ਲੈਂਦਾ, ਨਾ ਜ਼ਿਆਦਾ ਐਫਰਟ ਲੈਂਦਾ ਹੈ। ਇਟਸ ਅ ਸਟੇਟ ਆਫ ਮਾਈਂਡ ਕਿ ਅਗਰ ਮੈਂ ਕੋਈ ਚੀਜ਼ ਕਰਨੀ ਹੈ, ਬਹੁਤ ਅੱਛੀ ਕਰਨੀ ਹੈ, ਉਹ ਐਡ ਅਪ ਹੋ ਕੇ ਉਹਦੇ ਨਾਲ ਤੁਸੀਂ ਦੇਖੋਗੇ ਤੁਹਾਡੀ ਪ੍ਰੋਮੋਸ਼ਨਸ ਬਹੁਤ ਅੱਛੀਆਂ ਹੋਣਗੀਆਂ, ਤੁਸੀਂ ਖੁਦ ਹੀ ਬੜੇ ਖੁਸ਼ ਰਹੋਗੇ ਬਿਕੋਜ਼ ਤੁਹਾਡੀ ਵਰਕ ਵਿਲ ਬੀ ਐਪਰੀਸ਼ੀਏਟਿਡ। ਤੁਹਾਨੂੰ ਨਿਊਜ਼ ਆਪਣੇ ਆਪ ਹੀ ਚੱਲ ਕੇ ਆਏਗੀ ਬਿਕੋਜ਼ ਈਵਨ ਦ ਰੀਡਰ ਨੋਜ਼ ਕਿ ਇਹ ਬੰਦਾ ਇਜ਼ ਇੰਟਰਸਟਿਡ ਇਨ ਗੁੱਡ ਇਨਫੋਰਮੇਸ਼ਨ, ਗੁੱਡ ਨਿਊਜ਼, ਹੀ ਵਾਂਟਸ ਟੂ ਗੈਦਰ ਨਿਊਜ਼। ਸੋ ਇਟਸ ਅ ਸਰਕਲ ਆਫ ਗੁੱਡਨੈਸ, ਉਹ virtuous ਸਾਈਕਲ ਹੈ। ਸੋ ਆਲ ਇਟ ਨੀਡਸ ਇਜ਼ ਅ ਲਿਟਲ ਬਿਟ ਐਕਸਟਰਾ। ਐਂਡ ਦੂਸਰਾ, ਇਹ ਨਾ ਕਹੋ ਕਿ ਮਤਲਬ ਇਹ ਕਦੇ ਨਾ ਸੋਚੋ ਕਿ ਮੈਂ ਕਿਸੇ ਤੇ ਉਪਕਾਰ ਕਰ ਰਹੀ ਹਾਂ, ਮੈਂ ਜੀ ਅਖਬਾਰ, ਮੇਰੇ EMPLOYER ਤੇ ਉਪਕਾਰ ਕਰ ਰਹੀ ਹਾਂ, ਮੈਂ ਇਸ ਅਖਬਾਰ ਤੇ ਹੀ ਉਪਕਾਰ ਕਰ ਰਹੀ ਹਾਂ। ਇਸ ਤਰ੍ਹਾਂ ਕੁਛ ਨਹੀਂ, ਅਸੀਂ ਸਭ ਆਪਣੇ ਲਈ ਕੰਮ ਕਰ ਰਹੇ ਹਾਂ। ਸੋ ਅਗਰ ਆਈ ਥਿੰਕ ਇਹ ਮਾਈਂਡਸੈਟ ਹੋਏ ਤੇ ਤੁਸੀਂ ਖੁਸ਼ ਵੀ ਰਹੋਗੇ। ਨਹੀਂ ਤੇ ਯੂ ਵਿਲ ਆਲਵੇਜ਼ ਗਰਜ ਕਿ ਓਹੋ ਮੈਂ ਇੰਨੇ ਘੰਟੇ ਕੰਮ ਕੀਤਾ, ਇਹਨਾਂ ਲਈ ਕੰਮ ਕੀਤਾ। ਅਗਰ ਤੁਸੀਂ ਇਹ ਸੋਚੋ ਮੈਂ ਆਪਣੇ ਲਈ ਕੰਮ ਕਰ ਰਹੀ ਹਾਂ। ਐਂਡ ਯੂ ਨੋ ਦ ਬਿਗੇਸਟ ਥਿੰਗ ਇਨ ਅ ਨਿਊਜ਼ਪੇਪਰ ਇਜ਼ ਕਿ ਤੁਸੀਂ ਅਗਰ ਕੁਝ ਕਰਦੇ ਹੋ, ਤੁਹਾਡੀ ਬਾਈਲਾਈਨ ਆਉਂਦੀ ਹੈ ਐਜ਼ ਅ ਰਿਪੋਰਟਰ ਐਂਡ ਦੇਰ ਇਜ਼ ਅ ਲੋਟ ਆਫ ਸੈਟਿਸਫੈਕਸ਼ਨ। ਤੁਸੀਂ ਜਿਸ ਤਰ੍ਹਾਂ ਇੱਥੇ ਇੰਟਰਵਿਊ ਕਰ ਰਹੇ ਹੋ, ਮਨਪ੍ਰੀਤ ਟਾਕਸ, ਯੂ ਹੈਵ ਅ ਨੇਮ, ਰਾਈਟ? ਸੋ ਐਜ਼ ਇਟ ਇਜ਼ ਸਾਡੀ ਤੇ ਇੰਸਟੈਂਟ ਗ੍ਰੈਟੀਫਿਕੇਸ਼ਨ ਹੈ। ਸੋ ਵੀ ਸ਼ੁਡ ਗਿਵ ਇਟ ਅਪ ਵੈਰੀ ਬੈਸਟ। ਬਹੁਤ ਖੂਬਸੂਰਤ ਮੈਮ, ਥੈਂਕ ਯੂ ਸੋ ਮਚ। ਤੁਸੀਂ ਆਪਣੇ ਇੰਨੇ ਕੀਮਤੀ ਸਮੇਂ ਵਿੱਚੋਂ ਸਾਨੂੰ ਸਮਾਂ ਦਿੱਤਾ। ਮੈਂ ਮੇਰੇ ਦਰਸ਼ਕਾਂ ਨੂੰ ਇੱਥੇ ਦੱਸਣਾ ਚਾਹਾਂਗੀ ਕਿ ਜਿਵੇਂ ਮਨਰਾਜ ਗਰੇਵਾਲ ਸ਼ਰਮਾ ਜੀ ਨੇ ਕਿਹਾ ਕਿ ਆਪਾਂ ਕੁਝ ਵੀ ਕਰਨਾ ਉਹਨੂੰ ਦਿਲੋਂ ਕਰਨਾ ਤੇ ਉਹਨੂੰ ਥੋੜਾ ਜਿਹਾ ਐਕਸਟਰਾ ਕਰਨਾ ਬੇਹੱਦ ਜ਼ਰੂਰੀ ਹੈ, ਕਿਉਂਕਿ ਉਹ ਐਕਸਟਰਾ ਜਦੋਂ ਆਪਾਂ ਕਰਦੇ ਹਾਂ ਤਾਂ ਪਰਮਾਤਮਾ, ਯੂਨੀਵਰਸ ਤੇ ਤੁਹਾਡੇ ਕੋਲੀਗਸ ਤੇ ਹਰ ਅਦਾਰਾ ਤੁਹਾਨੂੰ ਵਾਪਸੀ ਵਿੱਚ ਵੀ ਉਹ ਐਕਸਟਰਾ ਹੀ ਦਿੰਦਾ ਹੈ। ਧੰਨਵਾਦ।